ਚੰਡੀਗੜ੍ਹ ਨਿਗਮ ਨੇ ਪਾਤੇ ਨੇ ਪਟਾਕੇ। ਪੰਜਾਬ ਹਰਿਆਣਾ ਦੇ ਮਤਿਆਂ ਤੇ ਫੇਰਿਆ ਪਾਣੀ। ਤੇ ਉਧਰ ਐਸਜੀਪੀਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਾਰਮਿਕ ਸਿਆਸਤ ਤੇ ਸਵਾਲ ਖੜੇ ਕਰ ਦਿੱਤੇ ਨੇ। ਕਰਾਂਗੇ ਕੁਝ ਗੱਲਾਂ। ਹਾਜ਼ਰ ਹਾਂ ਦੋਸਤੋ, ਮੈਂ ਦੇਸਰਾਜ ਕਾਲੀ। ਬਰਕਤਾਂ ਵੈਬ ਟੀਵੀ ਦੇਖ ਰਹੇ ਤੁਸੀਂ। ਸੱਸਾ ਸਿਆਸਤ ਪ੍ਰੋਗਰਾਮ ਹੈ। ਸਿਆਸਤ ਚੰਡੀਗੜ੍ਹ ਵੱਲੋਂ ਤੁਰੀ ਹੋਈ ਹੈ ਪਿਛਲੇ ਦਿਨਾਂ ਤੋਂ। ਚੰਡੀਗੜ੍ਹ ਵੱਲੋਂ 1 ਅਪ੍ਰੈਲ ਤੋਂ ਪਹਿਲਾਂ ਤੋਂ ਲੈ ਕੇ ਮਾਰਚ ਦੇ ਅਖੀਰ ਤੋਂ ਲੈ ਕੇ ਅਪ੍ਰੈਲ 1, 5 ਅਪ੍ਰੈਲ ਔਰ ਕੱਲ੍ਹ ਦਾ ਦਿਨ 7 ਅਪ੍ਰੈਲ ਬਹੁਤ ਅਹਿਮ ਔਰ ਬਹੁਤ ਕੀ ਕਹਾਂਗੇ ਉਹਨੂੰ, ਇੱਕ ਪੰਜਾਬ ਵਾਸਤੇ ਚੁਣੌਤੀ ਭਰਪੂਰ ਵੇਲਾ ਹੈ। ਨਾਟ ਓਨਲੀ ਫਾਰ ਪੰਜਾਬ, ਹਰਿਆਣੇ ਵਾਸਤੇ ਵੀ ਚੁਣੌਤੀ ਹੈ। ਦੋਵੇਂ ਸਰਕਾਰਾਂ ਦੀ ਤਨਤਣੀ ਹੋ ਸਕਦੀ ਹੈ। ਪੰਜਾਬੀ ਹਰਿਆਣਵੀ ਜਿਹੜੇ ਬਗਲਗੀਰ ਹੋਏ ਸੀਗੇ ਕਿਸਾਨੀ ਅੰਦੋਲਨ ਦੌਰਾਨ, ਉਹ ਭੱਜੀਆਂ ਬਾਹਾਂ ਗਲੇ ਨੂੰ ਆਈਆਂ ਸੀਗੀਆਂ। ਉਹ ਬਾਹਾਂ ਭੱਜਣ ਦੀ ਨੌਬਤ ਵੀ ਆ ਸਕਦੀ ਹੈ, ਕਿਉਂਕਿ ਕੱਲ੍ਹ ਜੋ ਹੋਇਆ ਚੰਡੀਗੜ੍ਹ ਦੇ ਵਿੱਚ ਉਹ ਪੰਜਾਬੀਆਂ ਲਈ ਬਹੁਤ ਵੱਡੀ ਚੁਣੌਤੀ ਹੈ। ਮੈਂ ਫਿਰ ਕਹਿ ਦਿੰਦਾ, ਹਰਿਆਣਵੀਆਂ ਲਈ ਵੀ ਚੁਣੌਤੀ ਵਾਂਗ ਹੋ ਗਿਆ ਹੈ। ਹਾਲਾਂਕਿ ਨਾਅਰੇ ਪੰਜਾਬ ਦੇ ਖਿਲਾਫ ਵੱਧ ਲੱਗੇ ਔਰ ਹਰਿਆਣੇ ਦੇ ਖਿਲਾਫ ਘੱਟ ਲੱਗੇ। ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਕਾਉਂਸਲਰ ਆਮਣੇ ਸਾਹਮਣੇ ਹੋ ਗਏ, ਕਿਉਂਕਿ ਬੀਜੇਪੀ ਦੀ ਜੋ ਨਿਗਮ ਹੈ ਚੰਡੀਗੜ੍ਹ ਦਾ, ਉੱਥੇ ਭਾਜਪਾ ਦੀ ਸੱਤਾ ਹੈ। ਸੋ ਸੱਤਾ ਦੀ ਕਾਉਂਸਲਰਾਂ ਵੱਲੋਂ, ਨਿਗਮ ਵੱਲੋਂ ਕੱਲ੍ਹ ਤੀਸਰਾ ਮਤਾ ਚੰਡੀਗੜ੍ਹ ਨੂੰ ਲੈ ਕੇ ਪਾ ਦਿੱਤਾ ਗਿਆ। 13 ਕਾਉਂਸਲਰ ਨੇ, ਉਹਨਾਂ ਦੇ ਤੀਸਰਾ ਮਤਾ ਪਾ ਦਿੱਤਾ ਗਿਆ ਕਿ ਚੰਡੀਗੜ੍ਹ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰਹਿਣਾ ਚਾਹੀਦਾ ਹੈ। ਇਹਦੀ ਵਿਧਾਨ ਸਭਾ ਬਣਨੀ ਚਾਹੀਦੀ ਹੈ। ਲੋਕਾਂ ਦੀ ਮੰਗ ਹੈ, ਚੰਡੀਗੜ੍ਹ ਦੇ ਲੋਕਾਂ ਦੀ ਮੰਗ ਹੈ। ਔਰ ਪੰਜਾਬ ਔਰ ਹਰਿਆਣਾ ਨੂੰ ਦੋਵਾਂ ਨੂੰ ਆਪਣੀਆਂ ਰਾਜਧਾਨੀਆਂ ਬਣਾ ਲੈਣੀਆਂ ਚਾਹੀਦੀਆਂ ਨੇ। ਇਹ ਮਤਾ ਪਹੁੰਚ ਗਿਆ ਆ। ਪਹਿਲਾ ਮਤਾ 1 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਪਾਇਆ। ਸਾਰੀਆਂ ਪਾਰਟੀਆਂ ਨਾਲ ਜੁੜੀਆਂ, ਕਿਉਂਕਿ ਕੇਂਦਰ ਸ਼ਾਸਿਤ ਪ੍ਰਦੇਸ਼ ਕਹਿ ਕੇ ਸਾਡੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਸਿਵਲ ਸਰਵਿਸਿਜ਼ ਦੇ, ਚੰਡੀਗੜ੍ਹ ਦੇ ਵਿੱਚ ਪੰਜਾਬ ਵਾਲੇ ਹਟਾ ਕੇ ਸੈਂਟਰ ਦੇ ਲਾਗੂ ਕਰ ਦਿੱਤੇ ਗਏ। ਉਸ ਤੋਂ ਬਾਅਦ ਇੱਕਦਮ ਉਛਾਲ ਆਇਆ ਰਾਜਨੀਤੀ ਦੇ ਵਿੱਚ, ਚੰਡੀਗੜ੍ਹ ਦੀ ਰਾਜਨੀਤੀ। ਅਸੀਂ ਗੱਲਾਂ ਕੀਤੀਆਂ ਸੀਗੀਆਂ ਇਸੇ ਪ੍ਰੋਗਰਾਮ ਦੇ ਵਿੱਚ ਡਾਕਟਰ ਜਗਜੀਤ ਚੀਮਾ ਹੋਰਾਂ ਦੇ ਨਾਲ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਬਿਨਾਂ ਰਾਜਧਾਨੀ ਤੋਂ ਅਸੀਂ ਪੰਜਾਬੀ ਉਹ ਕੁੱਕੜਾਂ ਜਿਹੜੇ ਬਿਨਾਂ ਸਿਰ ਤੋਂ ਭੱਜੇ ਫਿਰਦੇ ਆ ਬਹੁਤ। ਔਰ ਉਹਨਾਂ ਨੇ ਗਹਿਨ ਗੱਲ ਕੀਤੀ ਸੀ ਕਿ ਕੇਵਲ ਇਕੋਨਮੀ ਦਾ ਸੈਂਟਰ ਨਹੀਂ ਹੁੰਦਾ, ਉਹਦੇ ਆਰਥਿਕ ਮੱਦਾਂ ਦਾ ਸੈਂਟਰ ਨਹੀਂ ਹੁੰਦਾ, ਉਹਦੇ ਸੱਭਿਆਚਾਰਕ ਵਿਰਾਸਤੀ ਖੇਤਰੀ ਪਛਾਣਾਂ ਦਾ ਸੈਂਟਰ ਹੁੰਦੀ ਆ ਉਹਦੀ ਰਾਜਧਾਨੀ। ਔਰ ਅਸੀਂ ਬਿਨਾਂ ਕੇਂਦਰ ਤੋਂ ਹਾਂ, ਅਸੀਂ ਪੰਜਾਬੀ, ਅਸੀਂ ਆਪਣੇ ਖੇਤਰੀ, ਆਪਣੀ ਭਾਸ਼ਾ, ਆਪਣੇ ਸਾਹਿਤ, ਆਪਣੇ ਵਿਰਸੇ, ਆਪਣੇ ਸੱਭਿਆਚਾਰ 'ਤੇ ਰੱਜ ਕੇ ਮਾਣ ਕਰਨ ਵਾਲੇ ਸਾਡਾ ਕੋਈ ਕੇਂਦਰ ਨਹੀਂ ਹੈ। ਔਰ ਉਸ ਸੰਬੰਧ ਦੇ ਵਿੱਚ ਮਤਾ ਪਾਇਆ ਗਿਆ ਪੰਜਾਬ ਸਰਕਾਰ ਵੱਲੋਂ, ਪੰਜਾਬ ਵਿਧਾਨ ਸਭਾ ਵੱਲੋਂ, ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਹਰਿਆਣੇ 'ਚ ਨੈਚੁਰਲੀ ਆਗ ਬਬੂਲਾ ਹੋਣਾ ਹੀ ਸੀ। ਖੱਟੜ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਔਰ ਉਹਨਾਂ ਨੇ ਬਿਆਨ ਦੇਣੇ ਸ਼ੁਰੂ ਕਰਤੇ। SYL ਦੇ ਬਿਆਨ ਦੇਣੇ ਪਾਣੀਆਂ ਦੀ ਵੰਡ ਦੇ, ਔਰ 400 ਪਿੰਡ ਹਿੰਦੀ ਬੋਲਦੇ ਜਿਹੜੇ ਹਰਿਆਣੇ ਨੂੰ ਦੇਣੇ। ਹਿਮਾਚਲ ਨੇ ਵੀ ਸ਼ੁਰੂ ਕਰਤਾ ਕਿ 7% ਹਿੱਸਾ ਅਜੇ ਮੇਰਾ ਵੀ ਬਣਦਾ ਹੈ। ਤਾਂ 5 ਅਪ੍ਰੈਲ ਨੂੰ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦਿੱਤਾ ਗਿਆ SYL ਨੂੰ ਲੈ ਕੇ, ਪਾਣੀਆਂ ਦੀ ਵੰਡ ਨੂੰ ਲੈ ਕੇ, ਚੰਡੀਗੜ੍ਹ ਨੂੰ ਲੈ ਕੇ, ਕਿ ਪੰਜਾਬ ਨੂੰ ਨਾ ਦਿੱਤਾ ਜਾਵੇ। ਕੱਲ੍ਹ ਜੱਗੋਂ 13ਵੀਂ ਪੰਜਾਬੀਆਂ ਨਾਲ ਵੀ ਹਰਿਆਣਵੀਆਂ ਨਾਲ ਵੀ ਚੰਡੀਗੜ੍ਹ ਨਿਗਮ ਨੇ ਕਰ ਦਿੱਤੀ। ਇੱਕ ਮਤਾ ਪਾਸ ਕਰ ਦਿੱਤਾ ਗਿਆ ਕਿ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਹੈ ਕਿ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਰਹਿਣਾ ਚਾਹੀਦਾ, ਇਹਦੀ ਵਿਧਾਨ ਸਭਾ ਬਣਨੀ ਚਾਹੀਦੀ ਹੈ। ਔਰ ਇਹ ਮਤਾ ਵੀ ਰਾਜਪਾਲ ਕੋਲ ਪਹੁੰਚ ਗਿਆ ਹੈ। ਬੀਜੇਪੀ ਦੀ ਸੈਂਟਰ ਦੀ ਜੋ ਨੀਤੀ ਹੈ, ਜਿਸ ਨੀਤੀ ਤਹਿਤ ਉਹਨਾਂ ਨੇ ਪੰਜਾਬ ਘੇਰਿਆ, ਜਿਸ ਨੀਤੀ ਤਹਿਤ ਉਹਨਾਂ ਨੇ ਚੰਡੀਗੜ੍ਹ ਨੂੰ ਆਪਣੇ ਹੇਠ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੋਸ਼ਿਸ਼ ਨਹੀਂ ਕੀਤੀ, ਕਰ ਹੀ ਲਿਆ ਆ। ਉਹਦੇ ਵਿੱਚ ਚੰਡੀਗੜ੍ਹ ਨਿਗਮ ਦਾ ਮਤਾ ਵੱਧ ਮਹੱਤਵਪੂਰਨ ਹੋਏਗਾ, ਸੈਂਟਰ ਨੂੰ ਸੂਟ ਕਰਦਾ ਹੋਏਗਾ। ਹੋ ਸਕਦਾ ਉਹ ਸਾਡੇ ਦੋਵਾਂ ਮਤਿਆਂ 'ਤੇ, ਪੰਜਾਬ ਦੇ ਔਰ ਹਰਿਆਣੇ ਦੇ ਮਤਿਆਂ 'ਤੇ
ਪਾਣੀ ਫੇਰ ਦਿੱਤਾ ਜਾਵੇ ਔਰ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਨਾਲ ਮਤਾ ਚੰਡੀਗੜ੍ਹ ਨਿਗਮ ਵਾਲਾ ਅੱਗੇ ਆ ਜਾਵੇ। ਬਹੁਤ ਮਹੱਤਵਪੂਰਨ ਹੈ, ਬਹੁਤ ਲੜਾਈ ਸੰਘਰਸ਼ ਦੀ ਲੋੜ ਹੈ, ਪੰਜਾਬੀਆਂ ਨੂੰ ਇਹਦੇ ਵਾਸਤੇ ਤਿਆਰ ਰਹਿਣ ਦੀ ਲੋੜ ਹੈ। ਸਰਕਾਰ ਸਾਡੀ ਖਾਮੋਸ਼ ਹੈ ਮਤਾ ਪਾਉਣ ਤੋਂ ਬਾਅਦ। ਸੈਕੰਡ ਵੱਡੀ ਖਬਰ ਜਿਹੜੀ ਹੈ ਕਿ ਭਗਵੰਤ ਮਾਨ ਹੋਰੀ ਵਿਰੋਧੀ ਧਿਰ ਦੋਸ਼ ਲਾਉਂਦੀ ਸੀ ਕਿ ਸਰਕਾਰ ਬਣਦਿਆਂ ਹੀ ਉਹ ਚਲੇ ਗਏ ਨੇ, ਗੁਜਰਾਤ ਚਲੇ ਗਏ ਨੇ, ਚੁਣਾਵੀ ਮਾਹੌਲ 'ਚ ਚਲੇ ਗਏ ਨੇ, ਹਿਮਾਚਲ ਚਲੇ ਗਏ ਨੇ ਔਰ ਉਹਨਾਂ ਦੇ ਹੈਲੀਕਾਪਟਰ ਦੇ ਇਸਤੇਮਾਲ, ਪੰਜਾਬ ਦੇ ਹੈਲੀਕਾਪਟਰ ਨੂੰ ਪਾਰਟੀ ਦੇ ਚੋਣ ਪ੍ਰਚਾਰ ਲਈ ਇਸਤੇਮਾਲ 'ਤੇ ਵੀ ਸਵਾਲੀਆ ਨਿਸ਼ਾਨ ਲਾਏ ਵਿਰੋਧੀ ਧਿਰ ਨੇ। ਉਹਨਾਂ ਨੇ ਆਉਂਦਿਆਂ ਹੀ ਕੱਲ੍ਹ ਇਹ ਐਲਾਨ ਕਰ ਦਿੱਤਾ ਕਿ ਪੰਜਾਬ ਸਰਕਾਰ SGPC ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੀ ਹੈ, ਰਿਕੁਐਸਟ ਕਰਦੀ ਆ ਕਿ ਜੇ ਉਹ ਸਹਿਯੋਗ ਦੇਣ ਤਾਂ ਅਸੀਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਵਿਸ਼ਵ ਪੱਧਰ ਦੇ ਉੱਤੇ, ਨਿਊ ਇਕਵਿਪਮੈਂਟਸ ਦੀਆਂ ਗੱਲਾਂ ਕੀਤੀਆਂ, ਸੋਸ਼ਲ ਮੀਡੀਆ ਦੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿ ਜੇ SGPC ਸਾਨੂੰ ਆਗਿਆ ਦਿੰਦੀ ਹੈ, ਸਾਡਾ ਸਹਿਯੋਗ ਕਰਦੀ ਹੈ ਤਾਂ ਅਸੀਂ ਵਿਸ਼ਵ ਪੱਧਰ ਦੇ ਉੱਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸਾਡੀ ਸਰਕਾਰ ਤਿਆਰ। ਪਰ ਹਰਜਿੰਦਰ ਸਿੰਘ ਹੋਰਾਂ ਨੇ, SGPC ਦੇ ਪ੍ਰਧਾਨ ਨੇ ਧਾਮੀ ਸਾਹਿਬ, ਉਹਨਾਂ ਨੇ ਉਸੇ ਵੇਲੇ ਹੀ ਪਿਛਲ ਪੈਰੀ ਮੋੜਦਿਆਂ ਭਗਵੰਤ ਮਾਨ ਹੋਰਾਂ ਨੂੰ ਕਿਹਾ ਕਿ CM ਸਾਹਿਬ ਤੁਸੀਂ ਉਹ ਕੰਮ ਕਰੋ ਜਿਹੜੇ ਸਰਕਾਰਾਂ ਨੇ ਕਰਨੇ ਹੁੰਦੇ ਆ, ਤੁਸੀਂ ਧਰਮ ਦੇ ਨਾਂ 'ਤੇ ਸਿਆਸਤ ਨਾ ਕਰੋ। ਸਿੱਧਾ ਜਵਾਬ ਦਿੱਤਾ ਗਿਆ SGPC ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਔਰ ਕਿਹਾ ਗਿਆ ਕਿ ਅਸੀਂ ਸક્ષਮ ਹਾਂ, SGPC ਸક્ષਮ ਹਾਂ, ਅਸੀਂ ਪ੍ਰਚਾਰ ਪ੍ਰਸਾਰ, ਅਸੀਂ ਵੀ ਸਾਰੇ ਜਾਣਦੇ ਹਾਂ ਕਿ SGPC ਦਾ ਮੁੱਢਲਾ ਕੰਮ ਹੀ ਗੁਰਬਾਣੀ ਸਰਬੱਤ ਦੇ ਭਲੇ ਦਾ ਪ੍ਰਚਾਰ ਪ੍ਰਸਾਰ ਆ ਔਰ ਉਹ ਲੱਗੇ ਹੋਏ ਨੇ, ਅਸੀਂ ਸਾਰੇ ਜਾਣਦੇ ਹਾਂ। ਕਈ ਕਿੰਤੂ ਪਰੰਤੂ ਹੁੰਦੇ ਨੇ, ਇਹਦੇ ਬਾਵਜੂਦ ਵੀ ਸਾਡੀਆਂ ਸਰਕਾਰਾਂ ਨੂੰ ਸਿੱਧਾ ਧਰਮ ਦੇ ਨਾਂ 'ਤੇ ਸਿਆਸਤ 'ਚ ਪੈਣਾ ਜਿਹੜਾ ਧਾਮੀ ਹੋਰਾਂ ਨੇ ਕਿਹਾ ਆ, ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਭਗਵੰਤ ਮਾਨ ਹੋਰਾਂ ਨੂੰ। ਪਰ ਨਾਲ ਹੀ SGPC ਨੇ ਕੁਝ ਸਵਾਲ ਖੜੇ ਕੀਤੇ ਨੇ ਕਿ ਜਿਹੜੇ ਗਵਰਨਮੈਂਟ ਨੂੰ ਕਰਨੇ ਚਾਹੀਦੇ ਉਹ ਨਹੀਂ ਕਰ ਰਹੇ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਹੈਰੀਟੇਜ ਸਟਰੀਟ ਹੈ, ਖਾਸ ਕਰ ਘੰਟਾ ਘਰ ਵਾਲੀ, ਉਹ ਬਣਨ ਵਾਲੀ ਹੈ, ਉਹਦੀ ਸੁੰਦਰਤਾ ਵਾਸਤੇ ਕੀਤਾ ਜਾਣ, ਆਲੇ ਦੁਆਲੇ ਨੂੰ ਸੁਧਾਰਿਆ ਜਾਵੇ, ਅੰਮ੍ਰਿਤਸਰ ਨੂੰ ਸਫਾਈ ਵਾਲਾ ਔਰ ਸ਼੍ਰੀ ਹਰਿਮੰਦਰ ਸਾਹਿਬ ਦੇ ਲਾਗੇ ਚਾਗੇ ਦੇ ਸਾਰੇ ਪ੍ਰਬੰਧਨ ਨੂੰ ਦੇਖਿਆ ਜਾਵੇ ਜਿਹੜੇ ਗਵਰਨਮੈਂਟ ਨੇ ਕਰਨਾ। ਸੈਕੰਡ, ਉਹਨਾਂ ਨੇ ਕਿਹਾ ਕਿ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ ਸ਼ਡਿਊਲਡ ਕਾਸਟ ਵਿਦਿਆਰਥੀਆਂ ਦੇ ਸਕਾਲਰਸ਼ਿਪ ਦੇ ਕਰੋੜਾਂ ਰੁਪਈਆ ਜਿਹੜਾ ਉਹ ਗਵਰਨਮੈਂਟ ਵੱਲ ਖੜੇ ਨੇ ਔਰ ਸਾਡੇ ਵਿਦਿਅਕ ਅਦਾਰਿਆਂ ਦੇ ਏਡਡ ਅਧਿਆਪਕਾਂ ਦੇ ਕਰੋੜਾਂ ਰੁਪਈਆ ਜਿਹੜੇ ਗਵਰਨਮੈਂਟ ਵੱਲ ਖੜੇ ਨੇ ਉਹ ਰਿਲੀਜ਼ ਕਰੋ। ਅਸੀਂ ਘਾਟੇ ਦਾ ਬਜਟ ਨਹੀਂ ਆ ਸਾਡਾ, ਤੁਹਾਡੇ ਰਿਲੀਜ਼ ਨਾ ਕਰਨ ਦੇ ਉੱਤੇ ਘਾਟੇ ਦਾ ਬਜਟ ਹੈ। SGPC ਨੇ ਚੰਗੀ ਤਰ੍ਹਾਂ ਘੇਰਿਆ ਹੈ ਮੁੱਖ ਮੰਤਰੀ ਹੋਰਾਂ ਨੂੰ। ਦੇਖਦੇ ਹਾਂ ਇਸ ਸਿਆਸਤ ਦੇ ਵਿੱਚ ਅਜੇ ਕੋਈ ਪੋਲੀਟੀਕਲ ਪਾਰਟੀ ਕੁੱਦੀ ਨਹੀਂ, ਸਿੱਧਾ SGPC ਨੂੰ ਸੰਬੋਧਨ ਸੀ, SGPC ਨੇ ਸਿੱਧਾ ਹੀ CM ਨੂੰ ਸੰਬੋਧਨ ਕੀਤਾ ਹੈ ਔਰ ਕਰੋੜਾਂ ਰੁਪਈਏ ਜਿਹੜੇ ਫੰਡ ਦੇ ਫਸੇ ਹੋਏ ਨੇ, ਵਿਦਿਅਕ ਅਦਾਰਿਆਂ ਦੇ ਵਿੱਚ ਫਸੇ ਹੋਏ ਨੇ, ਉਹ ਕਹਿੰਦੇ ਕਿ ਤੁਹਾਨੂੰ ਗੁਰਬਾਣੀ ਦੀ ਚਿੰਤਾ ਪੈ ਗਈ ਆ। ਅਸੀਂ ਜੋ ਇਨ ਟੋਟਲ ਸਿੱਖੀ ਦੀ ਸਪਿਰਿਟ ਔਰ ਐਜੂਕੇਸ਼ਨ ਦੇ ਥਰੂ ਇਸ ਸਪਿਰਿਟ ਨੂੰ, ਸਰਬੱਤ ਦੇ ਭਲੇ ਦੀ ਸਪਿਰਿਟ ਨੂੰ, ਆਵਾਮ ਦੀ ਸਪਿਰਿਟ ਨੂੰ, ਸਬਰ ਸਬੂਰੀ ਦੀ ਸਪਿਰਿਟ ਨੂੰ, ਸੰਤੋਖ ਦੀ ਸਪਿਰਿਟ ਨੂੰ ਜਿਹਦੇ ਥਰੂ ਅਸੀਂ ਲੈ ਕੇ ਜਾਂਦੇ ਉਹਦੇ ਫੰਡ ਸਰਕਾਰ ਦੇ ਨਹੀਂ ਰਹੀ। ਜੇ ਤੁਸੀਂ ਫੰਡ ਦੇ ਦਿਓ ਤਾਂ ਤੁਹਾਡਾ ਯੋਗਦਾਨ SGPC ਲਈ ਵੀ, ਸਿੱਖੀ ਲਈ ਵੀ, ਗੁਰਬਾਣੀ ਲਈ ਵੀ ਬਹੁਤ ਵੱਡਾ ਹੋਵੇ। ਦੋਏ ਬਹੁਤ ਅਹਿਮ ਸਵਾਲ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੋਸਤੋ। ਇਹਦੇ ਉੱਤੇ ਚੰਡੀਗੜ੍ਹ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਚਿੰਤਾ ਕਰਨ ਦੀ ਲੋੜ ਹੈ, ਚਿੰਤਨ ਕਰਨ ਦੀ ਲੋੜ ਹੈ, ਪੰਜਾਬੀਆਂ ਨੂੰ ਸੰਘਰਸ਼ ਕਰਨ ਦੀ ਲੋੜ ਆ। ਕੱਲ੍ਹ ਦਾ ਦਿਨ ਛੁੱਟੀ ਹੁੰਦੀ ਆਪਣੀ, ਸੰਡੇ ਨੂੰ ਸਾਹਿਤ ਵਾਲਾ ਪ੍ਰੋਗਰਾਮ ਲਵਾਂਗੇ, ਮੰਡੇ ਨੂੰ ਦੇਖਾਂਗੇ ਕਿ ਚੰਡੀਗੜ੍ਹ ਦੇ ਨਾਂ ਦੇ ਉੱਤੇ ਹੋਰ ਕਿਹੋ ਜਿਹੀ ਪੋਲੀਟਿਕਸ ਸ਼ੁਰੂ ਹੋ ਜਾਂਦੀ, ਕਿਉਂਕਿ ਇਹ ਲੰਬਾ ਚੜ੍ਹਨ ਵਾਲਾ ਸਾਰਾ ਜੁਗਾੜ ਹੈ। ਦੇਖਦੇ ਹਾਂ ਸੈਂਟਰ ਕੀ ਖੇਡਾਂ ਖੇਡਦਾ ਹੈ, ਪੰਜਾਬ ਕੀ ਜਵਾਬ ਦਿੰਦਾ। ਥੈਂਕ ਯੂ ਵੈਰੀ ਮੱਚ।